प्यारे विद्यार्थियों, ਅੱਜ ਅਸੀਂ ਜਿਹੜਾ ਪਾਠ ਪੜ੍ਹਨ ਜਾ ਰਹੇ ਹਾਂ ਉਹ ਹੈ ਕਿਸ਼ੋਰ ਅਵਸਥਾ ਵਾਲਾ। ਕਿਸ਼ੋਰ ਅਵਸਥਾ ਇਹ ਉਹ ਅਵਸਥਾ ਹੈ ਜਿਹਦੇ ਵਿੱਚ ਤੁਸੀਂ ਸਾਰੇ ਬੱਚੇ ਲੰਘ ਰਹੇ ਹੋ। ਪਿਆਰੇ ਬੱਚਿਓ, ਤੁਸੀਂ ਪਾਠ 9 ਪ੍ਰਜਨਨ ਦੇ ਵਿੱਚ ਇਹ ਪੜ੍ਹਿਆ ਹੈ ਕਿ ਹਰ ਜੀਵ ਨੂੰ ਜਿੰਦੇ ਰਹਿਣ ਦੇ ਲਈ ਤੇ ਆਪਣੀ ਹੋਂਦ ਬਣਾਏ ਰੱਖਣ ਲਈ ਪ੍ਰਜਨਨ ਕਰਨਾ ਪੈਂਦਾ ਹੈ। ਮਨੁੱਖ ਤੇ ਬਹੁਤ ਸਾਰੇ ਜੰਤੂ ਜਨਮ ਤੋਂ ਹੀ ਪ੍ਰਜਨਨ ਕਰਨ ਦੀ ਸਮਰੱਥਾ ਨਹੀਂ ਰੱਖਦੇ, ਬਲਕਿ ਉਹਨਾਂ ਨੂੰ ਇਹ ਇੱਕ ਖਾਸ ਉਮਰ 'ਤੇ ਪਹੁੰਚ ਕੇ ਹੀ ਇਹ ਸਮਰੱਥਾ ਪ੍ਰਾਪਤ ਹੁੰਦੀ ਹੈ। ਉਹ ਅਵਸਥਾ ਜਿੱਥੇ ਮਨੁੱਖ ਪ੍ਰਜਨਨ ਕਰਨ ਦੀ ਯੋਗਤਾ ਹਾਸਿਲ ਕਰ ਲੈਂਦਾ ਹੈ ਉਸ ਨੂੰ ਅਸੀਂ ਕਿਸ਼ੋਰ ਅਵਸਥਾ ਜਾਂ ਪ੍ਰੌੜ ਅਵਸਥਾ ਦਾ ਆਰੰਭ ਕਹਿੰਦੇ ਹਾਂ। ਪਿਆਰੇ ਬੱਚਿਓ, ਜਿਵੇਂ ਬੂਝੋ ਆਪਣਾ ਜਦ 12ਵਾਂ ਜਨਮ ਦਿਨ ਮਨਾ ਰਿਹਾ ਸੀਗਾ ਤਾਂ ਉਸਦੀ ਭੈਣ ਪਹੇਲੀ ਦੱਸਦੀ ਹੈ, ਜੋ ਕਿ ਇੱਕ ਕੁੜੀਆਂ ਦੇ ਸਕੂਲ 'ਚ ਪੜ੍ਹਦੀ ਹੈ, ਕਿ ਜਿਹੜਾ ਹੈ ਬੂਝੋ ਦੇ ਦੋਸਤ ਹੈ ਜਿਨ੍ਹਾਂ ਨੂੰ 1 ਸਾਲ ਪਹਿਲੇ ਦੇਖਿਆ ਸੀਗਾ, ਉਹ ਹੁਣ ਉਹਨਾਂ ਦੇ ਮੁੱਛਾਂ ਆ ਗਈਆਂ ਹੈ ਜਿਹਦੇ ਨਾਲ ਉਹ ਕਾਰਟੂਨ ਬਣ ਕੇ ਦਿਖਦੇ ਹਨ। ਅਤੇ ਫਿਰ ਉਸਦੀ ਮਾਂ ਸਮਝਾਉਂਦੀ ਹੈ ਕਿ ਨਹੀਂ ਪਹੇਲੀ, ਉਹ ਮੁੰਡੇ ਜਿਹੜੇ ਹੈ ਹੁਣ ਵੱਡੇ ਹੋ ਗਏ ਹਨ। ਅਤੇ ਫਿਰ ਉਸਨੂੰ ਸਮਝਾਇਆ ਜਾਂਦਾ ਹੈ ਕਿ ਕੁੜੀਆਂ ਦੇ ਵਿੱਚ 10 ਤੋਂ 11 ਸਾਲ ਅਤੇ ਮੁੰਡਿਆਂ ਦੇ ਵਿੱਚ ਲਗਭਗ 11 ਤੋਂ 12 ਸਾਲ ਦੇ ਵਿੱਚ ਬਹੁਤ ਤੇਜ਼ੀ ਨਾਲ ਸਰੀਰ ਦੇ ਵਿੱਚ ਪਰਿਵਰਤਨ ਆਉਂਦੇ ਹਨ, ਜਿਹਦੇ ਵਿੱਚ ਉਹਨਾਂ ਦੀ ਹਾਈਟ, ਕੱਦ ਬਹੁਤ ਤੇਜ਼ੀ ਨਾਲ ਵੱਧਦੀ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਬੱਚੇ ਜਿਹੜੇ ਹੈ ਹੁਣ ਉਹ ਕਿਸ਼ੋਰਾ ਅਵਸਥਾ ਵੱਲ ਆ ਗਏ ਹਨ। ਵਿਰਧੀ ਵੈਸੇ ਤਾਂ ਜਨਮ ਤੋਂ ਹੁੰਦੀ ਰਹਿੰਦੀ ਹੈ, ਪਰ 11 ਸਾਲ ਤੋਂ ਲੈ ਕੇ 18-19 ਸਾਲ ਤੱਕ ਇਸ ਉਮਰ ਦੇ ਵਿੱਚ ਸਰੀਰ ਦੇ ਵਿੱਚ ਬਹੁਤ ਤੇਜ਼ੀ ਨਾਲ ਵਿਰਧੀ ਹੁੰਦੀ ਹੈ, ਜਿਸ ਨੂੰ ਅਸੀਂ ਕਿਸ਼ੋਰਾ ਅਵਸਥਾ ਕਹਿੰਦੇ ਹਾਂ। ਕਿਉਂਕਿ ਇਹ ਉਮਰ 13 ਤੋਂ 18 ਸਾਲ ਦੇ ਵਿੱਚ ਆਉਂਦੀ ਹੈ, ਇਸ ਲਈ ਇਸ ਉਮਰ ਦੇ ਬੱਚਿਆਂ ਨੂੰ ਟੀਨਏਜਰ ਜਾਂ ਟੀਨਸ ਕਹਿ ਕੇ ਬੁਲਾਇਆ ਜਾਂਦਾ ਹੈ। ਕਿਸ਼ੋਰਾ ਅਵਸਥਾ ਦੇ ਵਿੱਚ ਜਿਹੜੇ ਸਰੀਰ ਵਿੱਚ ਬਹੁਤ ਸਾਰੇ ਪਰਿਵਰਤਨ ਆਉਂਦੇ ਹਨ, ਉਹਦੇ ਨਾਲ ਹੀ ਲੜਕੇ ਅਤੇ ਲੜਕੀਆਂ ਦੇ ਪ੍ਰਜਨਨ ਸਮਰੱਥਾ ਦਾ ਵਿਕਾਸ ਵੀ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਪ੍ਰੌੜ ਅਵਸਥਾ ਵਿੱਚ ਕਿਹੜੇ ਕਿਹੜੇ ਪਰਿਵਰਤਨ ਆਉਂਦੇ ਹਨ। ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਉਹ ਪਰਿਵਰਤਨ ਜੋ ਬਾਹਰੋਂ ਸਭ ਨੂੰ ਦਿਖਦੇ ਨੇ, ਜਿਵੇਂ ਕੱਦ ਦੀ ਲੰਬਾਈ। ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਟੇਬਲ ਬਣਾ ਕੇ ਦਿੱਤਾ ਹੈ। ਇਸ ਵਿੱਚ ਦੇਖੋ 8 ਸਾਲ ਦੀ ਉਮਰ ਦੇ ਵਿੱਚ 72%, ਮਤਲਬ 100 ਚੋਂ 72 ਲੜਕੇ ਆਪਣੀ ਪੂਰਨ ਲੰਬਾਈ ਹਾਸਿਲ ਕਰ ਲੈਂਦੇ ਹਨ, ਲੇਕਿਨ ਕੁੜੀਆਂ ਉਹਨਾਂ ਤੋਂ ਜ਼ਿਆਦਾ ਜਲਦੀ 77% ਜਿਹੜੀ ਕੁੜੀਆਂ ਹੈ ਉਹ ਇਹ ਹਾਈਟ ਹਾਸਿਲ ਕਰਦੀਆਂ ਹੈ। ਅਤੇ ਇਹਦਾ ਦੇਖੋ 9 ਦੇ ਵਿੱਚ ਦੇਖੋ 10 ਸਾਲ 'ਚ ਦੇਖੋ 11-12, ਮਤਲਬ ਮੁੰਡੇ ਜਿਹੜੇ ਹੈ ਉਹਨਾਂ ਦੀ ਜਿਹੜੀ ਹਾਈਟ ਹੈ ਸ਼ੁਰੂਆਤ ਦੇ ਵਿੱਚ ਬਹੁਤ ਹੀ ਹੌਲੀ ਹੌਲੀ ਵੱਧਦੀ ਹੈ, ਅਤੇ 17 ਸਾਲ 'ਚ ਜਿੱਥੇ ਕੁੜੀਆਂ ਆਪਣੀ ਪੂਰੀ ਕੱਦ ਕੱਢ ਲੈਂਦੀਆਂ ਹਨ, ਉੱਥੇ ਹੀ ਮੁੰਡੇ, ਇੱਕ ਮੁੰਡਾ ਐਸਾ ਜ਼ਰੂਰ ਹੁੰਦਾ 100 'ਚੋਂ ਜਿਹਦਾ 1 ਸਾਲ ਬਾਅਦ ਆਪਣੀ ਹਾਈਟ ਨੂੰ ਹਾਸਿਲ ਕਰਦਾ ਹੈ। ਤੋ ਇਸ ਤੋਂ ਇਹ ਸਮਝਦੇ ਹਾਂ ਕਿ ਕੁੜੀਆਂ ਦੇ ਵਿੱਚ ਹਾਈਟ ਬਹੁਤ ਤੇਜ਼ੀ ਨਾਲ ਵੱਧਦੀ ਹੈ, ਜਦਕਿ ਮੁੰਡਿਆਂ 'ਚ ਹਾਈਟ ਬਹੁਤ, ਉਹਨਾਂ ਦੇ ਕੁੜੀਆਂ ਦੇ ਕੰਪੈਰੀਜ਼ਨ ਬਹੁਤ ਸਲੋ ਹੁੰਦੀ ਹੈ। ਇੱਥੇ ਇੱਕ ਫਾਰਮੂਲਾ ਦਿੱਤਾ ਗਿਆ ਹੈ ਕਿ ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਤੁਹਾਡੀ
ਵੱਧ ਤੋਂ ਵੱਧ ਹਾਈਟ ਕਿੰਨੀ ਜਾ ਸਕਦੀ ਹੈ। ਤਾਂ ਤੁਸੀਂ ਕੀ ਕਰੋਗੇ, ਤੁਸੀਂ ਆਪਣੀ ਵਰਤਮਾਨ ਲੰਬਾਈ ਨੂੰ ਡਿਵਾਈਡ ਕਰੋਗੇ ਕਿਹਦੇ ਨਾਲ, ਵਰਤਮਾਨ ਉਮਰ ਵਿੱਚ ਜਿੰਨੇ ਵੀ ਪ੍ਰਤੀਸ਼ਤ ਹੈ ਉਹਨੂੰ 100 ਨਾਲ ਭਾਗ ਦੋਗੇ। ਉਦਾਹਰਣ ਹੈ, ਮੰਨ ਲੈਂਦੇ ਹਾਂ ਕਿ ਇੱਕ 9 ਸਾਲ ਦਾ ਕੋਈ ਬੱਚਾ ਹੈ, ਉਸਦੀ ਹੁਣ ਇਸ ਸਮੇਂ ਕਿੰਨੀ ਲੰਬਾਈ ਹੈ, 120 ਸੈਂਟੀਮੀਟਰ। ਆਹ ਤੁਸੀਂ ਆਪਣੀ ਮੇਜ਼ਰ ਵੀ ਕਰ ਸਕਦੇ ਹੋ। ਅਗਰ ਇੱਕ 9 ਸਾਲ ਦਾ ਬੱਚਾ ਹੈ ਜਿਸ ਦੀ ਲੰਬਾਈ 120 ਸੈਂਟੀਮੀਟਰ ਹੈ, ਤਾਂ ਉਸਦੀ ਵੱਧ ਤੋਂ ਵੱਧ ਹਾਈਟ ਕਿੰਨੀ ਜਾ ਸਕਦੀ ਹੈ, ਯਾਨੀ ਕਿ ਉਹ ਵੱਧ ਤੋਂ ਵੱਧ ਆਪਣੀ ਪੂਰੀ ਜ਼ਿੰਦਗੀ 'ਚ ਕਿੰਨਾ ਉੱਚਾ ਜਾਏਗਾ 18-19 ਸਾਲ ਤੱਕ। ਤਾਂ ਕਿੱਦਾਂ ਪਤਾ ਲੱਗੇਗਾ, ਇੱਥੇ ਤੁਸੀਂ ਉਹਦੀ ਵਰਤਮਾਨ ਹਾਈਟ ਪਾ ਦੇਣੀ ਹੈ, ਉਸਨੂੰ ਭਾਗ ਦੇਣਾ ਹੈ ਜੋ ਟੇਬਲ ਦੇ ਵਿੱਚ, ਆਹ ਜਿਹੜਾ ਟੇਬਲ ਤੁਹਾਡੀ ਬੁੱਕ 'ਚ ਦਿੱਤਾ ਹੈ ਉਹਦੇ ਵਿੱਚੋਂ, ਕਿਉਂਕਿ ਮੁੰਡਾ ਹੈ ਤਾਂ ਇਸ ਪਾਸੇ ਆਏਗਾ, ਮੁੰਡਾ ਹੈ ਤਾਂ ਇਸ ਪਾਸੇ ਆਏਗਾ। ਕਿੰਨੇ ਸਾਲ ਦਾ ਹੈ, 9 ਸਾਲ ਦਾ ਹੈ। ਤਾਂ ਆਓ ਦੇਖੀਏ ਕਿ ਅਗਰ ਉਹ 9 ਸਾਲ ਦਾ ਹੈ ਤਾਂ ਆ ਰਿਹਾ 9 ਸਾਲ ਦਾ। 9 ਸਾਲ ਦੇ ਵਿੱਚ ਲੜਕੇ ਦੀ ਕਿੰਨੀ ਹੁੰਦੀ ਹੈ, 75%। ਤਾਂ ਸਾਡੇ ਕੋਲ ਇੱਥੇ ਫਾਰਮੂਲਾ ਕੀ ਬਣ ਜਾਏਗਾ, 120 ਭਾਗ 75 ਗੁਣਾ 100, ਯਾਨੀ ਕਿ 160 ਸੈਂਟੀਮੀਟਰ। ਇਸ ਦਾ ਮਤਲਬ ਇਹ ਹੈ ਕਿ ਉਸਦੀ ਵੱਧ ਤੋਂ ਵੱਧ ਕੱਦ ਕਿੰਨਾ ਕੱਢੇਗਾ, ਉਹ 160 ਸੈਂਟੀਮੀਟਰ। ਤੁਸੀਂ ਸਾਰੇ ਵੀ ਆਪਣੀ ਕੱਦ ਸੈਂਟੀਮੀਟਰ ਵਿੱਚ ਅਤੇ ਟੇਬਲ ਦੇ ਮੁਤਾਬਿਕ ਮੁੰਡਾ ਜਾਂ ਕੁੜੀ ਦਾ ਜਿੰਨਾ ਵੀ ਉਸ ਉਮਰ ਦੇ ਮੁਤਾਬਿਕ ਪ੍ਰਤੀਸ਼ਤ ਹੈ ਉਸ ਨੂੰ ਰੱਖ ਕੇ ਆਪਣੀ ਵੱਧ ਤੋਂ ਵੱਧ ਹਾਈਟ ਨਿਕਾਲ ਸਕਦੇ ਹੋ ਕਿ ਤੁਹਾਡੀ ਵੱਧ ਤੋਂ ਵੱਧ ਹਾਈਟ ਕਿੰਨੀ ਜਾ ਸਕਦੀ ਹੈ। ਪਿਆਰੇ ਬੱਚਿਓ, ਇੱਕ ਗ੍ਰਾਫ ਬਣਾ ਕੇ ਸਮਝਾਇਆ ਗਿਆ ਹੈ। ਆਹ ਗ੍ਰਾਫ ਦੇਖੋ, ਇਹਦੇ ਵਿੱਚ ਜਿਹੜੇ ਇਹ ਲੜਕੇ ਨੇ ਅਤੇ ਇਹ ਲੜਕੀਆਂ ਨੇ। ਤੁਸੀਂ ਧਿਆਨ ਨਾਲ ਦੇਖੋ ਕਿ ਲੜਕੀਆਂ ਜਿਹੜੀਆਂ ਹੈ ਉਹਨਾਂ ਦੀ ਜਿਹੜੀ ਲਾਈਨ ਹੈ ਉਹ ਉੱਪਰ ਆਉਂਦੀ ਹੈ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਕੱਦ ਬਹੁਤ ਤੇਜ਼ੀ ਨਾਲ ਵੱਧਦਾ ਹੈ। ਪਰ ਇੱਥੇ ਆ ਕੇ ਕਿੰਨੇ ਸਾਲ ਦੀ ਉਮਰ 'ਚ, 18 ਸਾਲ ਦੀ ਉਮਰ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਹਾਈਟ ਹੈ ਦੋਨਾਂ ਦੀ ਬਰਾਬਰ ਹੋ ਜਾਂਦੀ ਹੈ। ਬਰਾਬਰ ਮਤਲਬ ਸੈਂਟੀਮੀਟਰ 'ਚ ਬਰਾਬਰ ਨਹੀਂ ਕਹਿ ਰਿਹਾ, ਬਰਾਬਰ ਦਾ ਮਤਲਬ ਉਹਨਾਂ ਦੀ ਪੂਰਨ ਹਾਈਟ, ਜਿੰਨਾ ਵੀ ਉਹਨਾਂ ਦੀ ਹਾਈਟ ਕੱਢ ਸਕਦੀ ਹੈ। ਕੁੜੀਆਂ ਦੀ ਲਗਭਗ 5 ਫੁੱਟ 5 ਇੰਚ ਔਰ ਮੁੰਡਿਆਂ ਦੀ ਲਗਭਗ 5 ਫੁੱਟ 7 ਇੰਚ ਹਾਈਟ ਹੋ ਜਾਂਦੀ ਹੈ। ਅਤੇ ਕੁੜੀਆਂ ਬਹੁਤ ਤੇਜ਼ੀ ਨਾਲ ਜਿਹੜੀ ਉਹਨਾਂ ਦੀ ਹਾਈਟ ਵੱਧਦੀ ਹੈ, ਇਸ ਲਈ ਕਈ ਇੱਕ ਕਲਾਸ ਵਿੱਚ ਕੁੜੀਆਂ ਦੀ ਹਾਈਟ ਬਹੁਤ ਲੰਬੀ ਹੁੰਦੀ ਹੈ ਔਰ ਉਸੇ ਕਲਾਸ 'ਚ ਜਿਹੜੇ ਲੜਕੇ ਹੁੰਦੇ ਆ ਉਹਨਾਂ ਦੀ ਹਾਈਟ ਕਈ ਵਾਰ ਘੱਟ ਹੁੰਦੀ ਹੈ। ਤੋ ਇੱਕ ਗੱਲ ਹੋਰ ਦੇਖਾਂਗੇ ਅਸੀਂ ਕਿ ਜਿਹੜੀ ਲੰਬਾਈ ਆ ਉਹ ਮਾਤਾ ਪਿਤਾ 'ਤੇ ਨਿਰਭਰ ਵੀ ਕਰਦੀ ਹੈ, ਮਾਤਾ ਪਿਤਾ ਦੇ ਕੱਦ 'ਤੇ ਵੀ ਨਿਰਭਰ ਕਰਦੀ ਹੈ। ਪਰ ਇਨ ਸਭ ਨੂੰ ਤੋਂ ਜ਼ਿਆਦਾ ਜ਼ਰੂਰੀ ਹੈ ਸੰਤੁਲਿਤ ਭੋਜਨ। ਠੀਕ, ਅਤੇ ਹੁਣ ਅਸੀਂ ਸਰੀਰਕ ਬਣਾਵਟ ਵਿੱਚ ਪਰਿਵਰਤਨ ਦੀ ਗੱਲ ਕਰਦੇ ਹਾਂ। ਅਗਰ ਅਸੀਂ ਦੇਖੀਏ ਤਾਂ ਜਿਹੜੀ ਲੜਕੇ ਹੁੰਦੇ ਆ ਉਹਨਾਂ ਦੀ ਮਾਸਪੇਸ਼ੀਆਂ ਦਾ ਵਿਕਾਸ ਜ਼ਿਆਦਾ ਹੁੰਦਾ ਹੈ ਅਤੇ ਉਹਨਾਂ ਦਾ ਸਰੀਰ ਗਠੀਲਾ ਹੋ ਜਾਂਦਾ ਹੈ। ਅਤੇ ਜਿਹੜੇ ਲੜਕੀਆਂ ਹੁੰਦੀਆਂ ਹਨ ਉਹਨਾਂ ਦੇ ਸਰੀਰ ਦੇ ਵਿੱਚ ਜਿਹੜਾ ਕਮਰ ਦਾ ਹੇਠਲਾ ਹਿੱਸਾ ਹੈ ਉਹ ਚੌੜਾ ਹੁੰਦਾ ਹੈ ਅਤੇ ਮੁੰਡਿਆਂ ਦੇ ਮੋਢੇ ਚੌੜੇ ਹੁੰਦੇ ਹਨ। ਆਵਾਜ਼ ਦੇ ਵਿੱਚ ਵੀ ਕੁੜੀ ਔਰ ਮੁੰਡੇ ਦੇ ਵਿੱਚ ਕਾਫੀ ਅੰਤਰ ਪਾਇਆ ਜਾਂਦਾ ਹੈ। ਆਹ ਤੁਸੀਂ ਦੇਖ ਰਹੇ ਹੋਣੇ ਹੈ ਜਿਹੜੀ ਲਿਰਿਕਸ ਹੈ ਜਿਹਨੂੰ ਅਸੀਂ ਕੰਠ ਪਟਾਰੀ ਕਹਿ ਰਹੇ ਹਾਂ। ਆਹ ਮੁੰਡਿਆਂ ਦੇ ਵਿੱਚ ਕਿਸ਼ੋਰਾਵਸਥਾ ਦੇ ਵਿੱਚ, ਯਾਨੀ ਕਿ 12 ਤੋਂ ਲੈ ਕੇ 18 ਸਾਲ ਦੀ ਉਮਰ ਦੇ ਵਿੱਚ ਇਹ ਬਹੁਤ ਤੇਜ਼ੀ ਨਾਲ ਅੱਗੇ ਉੱਭਰ ਕੇ ਨਿਕਲ ਆਉਂਦੀ ਹੈ, ਜਦਕਿ ਕੁੜੀਆਂ ਦੇ ਵਿੱਚ ਇਹਦਾ ਵਿਕਾਸ ਨਹੀਂ ਹੁੰਦਾ। ਇਸ ਦੇ ਕਰਕੇ ਜਿਹੜੀ ਮੁੰਡਿਆਂ ਦੀ ਆਵਾਜ਼ ਹੈ ਮੋਟੀ ਹੁੰਦੀ ਹੈ, ਜਦਕਿ ਕੁੜੀਆਂ ਦੀ ਆਵਾਜ਼ ਸੁਰੀਲੀ ਅਤੇ ਤਿੱਖੀ ਹੁੰਦੀ ਹੈ। ਮੁੰਡਿਆਂ ਦੀ ਆਵਾਜ਼ ਕਈ ਵਾਰ ਫਟਣ ਲੱਗ ਪੈਂਦੀ ਹੈ। ਉਹਦਾ ਕਾਰਨ ਕਿਆ ਹੈ, ਇਹ ਉੱਭਰਿਆ ਹੋਇਆ ਹਿੱਸਾ ਜਿਹਨੂੰ ਅਸੀਂ ਐਡਮ ਐਪਲ ਜਾਂ ਕੰਠ ਪਟਾਰੀ ਨਾਮ ਤੋਂ ਵੀ ਜਾਣਦੇ ਹਾਂ। ਤੋ ਇਸ ਤੋਂ ਬਾਅਦ ਪਸੀਨੇ ਅਤੇ ਤੇਲ ਗ੍ਰੰਥੀਆਂ ਦਾ ਕਿਰਿਆਸ਼ੀਲਤਾ ਵਿੱਚ ਵ੍ਰਿੱਧੀ। ਪਿਆਰੇ ਬੱਚਿਓ, ਕਿਸ਼ੋਰਾਵਸਥਾ ਜਾਂ ਪ੍ਰੌੜ ਅਵਸਥਾ ਦੇ ਆਰੰਭ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਕਿਲ ਮੁਹਾਸਿਆਂ ਦੀ। ਚਿਹਰੇ ਉੱਤੇ ਬਹੁਤ ਤੇਜ਼ੀ ਨਾਲ ਕਿਲ ਮੁਹਾਸੇ ਆਉਂਦੇ ਹਨ
ਉਹਦਾ ਕਾਰਨ ਹੈ ਕਿ ਇਸ ਉਮਰ ਦੇ ਵਿੱਚ ਥੋੜ੍ਹਾ ਬਲੱਡ ਖੂਨ 'ਚ ਥੋੜ੍ਹੀ ਗਰਮੀ ਹੋਣ ਦੇ ਕਰਕੇ ਜਿਹੜੀ ਪਸੀਨੇ ਦੀ ਅਤੇ ਤੇਲ ਦੀ ਗ੍ਰੰਥੀਆਂ ਹੈ ਉਹ ਬਹੁਤ ਜ਼ਿਆਦਾ ਕਿਰਿਆਸ਼ੀਲ ਹੋ ਜਾਂਦੀਆਂ ਹਨ ਅਤੇ ਉਹ ਆਪਣਾ ਜਿਹੜਾ ਵਿਅਰਥ ਪਦਾਰਥ ਹੈ ਉਹ ਤਵਚਾ ਦੇ ਉੱਤੇ ਜਮ੍ਹਾਂ ਕਰ ਦਿੰਦੀਆਂ ਹਨ। ਜੇ ਪ੍ਰੋਪਰ ਅਸੀਂ ਮੂੰਹ ਹੱਥ ਨਾ ਧੋਈਏ ਜਾਂ ਸਮੇਂ 'ਤੇ ਇਸ਼ਨਾਨ ਨਾ ਕਰੀਏ ਤਾਂ ਇਹ ਕੀਲ ਮੁਹਾਸੇ ਦੇ ਰੂਪ ਦੇ ਵਿੱਚ ਸਾਡੇ ਜ਼ਿੰਦਗੀ ਭਰ ਦੇ ਲਈ ਬਣ ਜਾਂਦੀ ਹੈ। ਇਸ ਲਈ ਕਿਸ਼ੋਰਾਵਸਥਾ ਦੇ ਵਿੱਚ ਇਹਨਾਂ ਦੀ ਨਾ ਹੋਣ ਲਈ ਨਹਾਉਣਾ ਧੋਣਾ ਅਤੇ ਸਾਫ਼ ਸਫਾਈ ਦਾ ਨਿੱਜ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਤੁਸੀਂ ਪਿਛਲੇ ਪਾਠ ਵਿੱਚ ਪ੍ਰਜਨਨ ਦੇ ਵਿੱਚ ਪੜ੍ਹ ਚੁੱਕੇ ਹੋ ਕਿ ਯੁਗਮਕ ਨਰ ਯੁਗਮਕ ਸ਼ੁਕਰਾਣੂ ਅਤੇ ਮਾਦਾ ਯੁਗਮਕ ਅੰਡਾਣੂ ਦਾ ਵਿਕਾਸ ਇਸ ਉਮਰ ਕਿਸ਼ੋਰਾਵਸਥਾ ਦੇ ਵਿੱਚ ਹੁੰਦਾ ਹੈ। ਜਿਹੜੇ ਪਤਾਲੂ ਹੈ ਸ਼ੁਕਰਾਣੂ ਦੇ ਸ਼ੁਕਰਾਣੂ ਦਾ ਉਤਪਾਦਨ ਆਰੰਭ ਕਰ ਦਿੰਦੇ ਹਨ। ਉੱਥੇ ਲੜਕੀਆਂ ਦੇ ਵਿੱਚ ਅੰਡਕੋਸ਼ ਜਿਹੜਾ ਹੈ ਉਹ ਅੰਡਾਣੂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਉਮਰ ਦੇ ਵਿੱਚ ਮਾਨਸਿਕ, ਬੌਧਿਕ ਅਤੇ ਸੰਵੇਦਾਤਮਕ ਪਰਿਪੱਕਤਾ ਪ੍ਰਾਪਤ ਹੋਣ ਲੱਗ ਪੈਂਦੀ ਹੈ। ਬੱਚਾ ਸੁਤੰਤਰ ਤਰੀਕੇ ਨਾਲ ਸੋਚਣ ਲੱਗ ਪੈਂਦਾ ਹੈ ਔਰ ਉਸਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਉਹ ਕਾਫੀ ਸੋਚਦਾ ਸਮਝਦਾ ਹੈ। ਇੱਕ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਜੀਵਨ ਦੀ ਇਹ ਤੁਸੀਂ ਸਾਰੇ ਬੱਚੇ ਉਸ ਅਵਸਥਾ 'ਚੋਂ ਨਿਕਲ ਰਹੇ ਹੋ ਜਿੱਥੇ ਤੁਸੀਂ ਕੁਛ ਵੀ ਨਵਾਂ ਬੜੀ ਆਸਾਨੀ ਨਾਲ ਸਿੱਖ ਸਕਦੇ ਹੋ ਬਜਾਏ 20 ਸਾਲ ਦੇ ਯੁਵਾ ਤੋਂ ਬਾਅਦ ਵਾਲੇ। ਤੋ 10 ਤੋਂ 20 ਸਾਲ ਦਾ ਜਿਹੜਾ ਕਿਸ਼ੋਰ ਹੈ ਟੀਨੇਜਰ ਹੈ ਉਹ ਕਿਸੇ ਅਵਸਥਾ ਨੂੰ ਬਹੁਤ ਹੀ ਤੇਜ਼ੀ ਦੇ ਨਾਲ ਸਿੱਖ ਸਕਦਾ ਹੈ। ਇਸ ਉਮਰ ਦੇ ਵਿੱਚ ਹਰ ਬੱਚਾ ਅਸੁਰੱਖਿਅਤ ਮਹਿਸੂਸ ਕਰਦਾ ਹੈ ਪਰ ਇਹ ਸਰੀਰ ਦੇ ਵਿੱਚ ਪਰਿਵਰਤਨ ਹੋਣ ਦੇ ਕਰਕੇ ਇਸ ਤਰ੍ਹਾਂ ਹੁੰਦਾ ਹੈ ਔਰ ਇਹ ਸਭ ਨੂੰ ਮਹਿਸੂਸ ਹੁੰਦਾ ਹੈ। ਅਸੀਂ ਗੱਲ ਕਰਦੇ ਹਾਂ ਹੁਣ ਸੈਕੰਡਰੀ ਲਿੰਗੀ ਲੱਛਣਾਂ ਦੀ, ਸੈਕੰਡਰੀ ਸੈਕਸ ਕਰੈਕਟਰ ਦੀ। ਜਿਵੇਂ ਤਾਂ ਪਤਾ ਹੈ ਕਿ ਨਰ ਯੁਗਮਕ ਸ਼ੁਕਰਾਣੂ ਅਤੇ ਮਾਦਾ ਯੁਗਮਕ ਅੰਡਾਣੂ ਇਹਨਾਂ ਦੋਨਾਂ ਨੂੰ ਉਤਪੰਨ ਕਰਨ ਦਾ ਕੰਮ ਲਿੰਗੀ ਹਾਰਮੋਨ ਕਰਦਾ ਹੈ। ਉਹਦੇ ਕਰਕੇ ਹੀ ਲੜਕੀਆਂ ਦੇ ਵਿੱਚ ਛਾਤੀਆਂ ਦਾ ਵਿਕਾਸ ਹੁੰਦਾ ਹੈ। ਲੜਕਿਆਂ ਦੇ ਚਿਹਰੇ 'ਤੇ ਵਾਲ ਉੱਗਦੇ ਹਨ, ਦਾੜੀ ਮੁੱਛਾਂ ਆਉਂਦੀਆਂ ਹਨ ਅਤੇ ਲੜਕਾ ਔਰ ਲੜਕੀ ਜਿਹੜਾ ਦਿਖਾਵਟ ਵਿੱਚ ਵੱਖਰੇ ਵੱਖਰੇ ਪਹਿਚਾਣ ਬਣਾ ਲੈਂਦੇ ਹਨ। ਇਹਨਾਂ ਹੀ ਲੱਛਣਾਂ ਨੂੰ ਜਿਹਦੇ ਨਾਲ ਲੜਕਾ ਔਰ ਲੜਕੀ ਨੂੰ ਸਰੀਰਕ ਤੌਰ 'ਤੇ ਅਸੀਂ ਅੰਤਰ ਦੇਖ ਪਾਉਂਦੇ ਹਾਂ ਉਹਨਾਂ ਨੂੰ ਅਸੀਂ ਸੈਕੰਡਰੀ ਲਿੰਗੀ ਲੱਛਣ ਕਹਿੰਦੇ ਹਾਂ। ਇਹਦੇ ਵਿੱਚ ਹਾਰਮੋਨ ਉੱਤਰਦਾਈ ਹੈ। ਹਾਰਮੋਨ ਕੀ ਕਰਦੇ ਨੇ, ਅੰਤਰਸਾਵੀ ਗ੍ਰੰਥੀਆਂ ਹਾਰਮੋਨ ਨਿਕਾਲ ਕੇ ਖੂਨ 'ਚ ਮਿਲਾ ਦਿੰਦੀਆਂ ਹਨ ਅਤੇ ਉਹ ਜਿਹੜਾ ਖੂਨ ਦੇ ਨਾਲ ਉਹ ਹਾਰਮੋਨ ਬਹਿ ਕੇ ਆਪਣੇ ਲਕਸ਼ਣ ਸਥਾਨ 'ਤੇ ਪਹੁੰਚਦਾ ਹੈ। ਲਕਸ਼ਣ ਸਥਾਨ 'ਤੇ ਜਦੋਂ ਪਹੁੰਚਦਾ ਹੈ ਤਾਂ ਲਕਸ਼ਣ ਸਥਾਨ 'ਤੇ ਜਾ ਕੇ ਪ੍ਰਤੀਕਿਰਿਆ ਹੁੰਦੀ ਹੈ ਅਤੇ ਉਹ ਜਿਹੜਾ ਹਾਰਮੋਨ ਹੈ ਉਹ ਫਿਰ ਸਾਡੇ ਸਰੀਰ ਦੇ ਵਿੱਚ ਉਹ ਪਰਿਵਰਤਨ ਲੈ ਕੇ ਆਉਂਦਾ ਹੈ। ਪਤਾਲੂ ਪੁਰਸ਼ਾਂ ਵਿੱਚ ਅਤੇ ਅੰਡਕੋਸ਼ ਮਹਿਲਾਵਾਂ ਦੇ ਵਿੱਚ ਲਿੰਗੀ ਹਾਰਮੋਨ ਪੈਦਾ ਕਰਦੇ ਹਨ। ਇਹਨਾਂ ਦੇ ਵਿੱਚ ਜਿਹੜੇ ਪਿਟਿਊਟਰੀ ਗ੍ਰੰਥੀ ਹੈ ਉਹ ਇਹ ਦੱਸਦੀ ਹੈ ਕਿ ਕਦ ਸ਼ੁਕਰਾਣੂ ਜਾਂ ਕਦ ਅੰਡਾਣੂ ਪੈਦਾ ਕਰਨਾ ਹੈ ਅਤੇ ਕਦ ਉਸਨੂੰ ਰੋਕਣਾ ਹੈ। ਅਸਲ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਗ੍ਰੰਥੀ ਹੈ ਜਿਸ ਨੂੰ ਅਸੀਂ ਪਿਟਿਊਟਰੀ ਗ੍ਰੰਥੀ ਕਹਿੰਦੇ ਹਾਂ, ਜਿਹੜੀ ਸਾਡੀ ਹਾਈਟ ਕੱਦ ਨੂੰ ਵਧਾਉਣ ਵਾਸਤੇ ਵੀ ਜ਼ਿੰਮੇਵਾਰ ਹੈ ਅਤੇ ਸਾਡੇ ਸਰੀਰ ਦੇ ਜਿੰਨੇ ਵੀ ਹਾਰਮੋਨ ਪੈਦਾ ਹੋ ਰਹੇ ਹੈ ਉਹਨਾਂ ਦਾ ਬਣਨਾ ਔਰ ਉਹਨਾਂ ਨੂੰ ਖ਼ਤਮ ਕਰਨਾ, ਇਹ ਸਾਰਾ ਕੰਮ ਜਿਹੜਾ ਹੈ ਉਹ ਪਿਟਿਊਟਰੀ ਗ੍ਰੰਥੀ ਹੀ ਕਰਦੀ ਹੈ। ਇਹ ਉਕਸਾਉਂਦੀ ਹੈ ਉਹਨਾਂ ਨੂੰ ਹਾਰਮੋਨਾਂ ਨੂੰ ਸਿਰਾਵ ਕਰਨ ਦੇ ਲਈ ਅਤੇ ਫਿਰ ਉਹ ਜਦ ਹਾਰਮੋਨ ਪੈਦਾ ਹੁੰਦੇ ਹਨ ਅਤੇ ਫਿਰ ਉਸ ਤੋਂ ਬਾਅਦ ਉਹ ਸਰੀਰ ਦੇ ਵਿੱਚ ਜੋ ਵੀ ਪਰਿਵਰਤਨ ਕਰਨੇ ਹਨ ਉਹ ਕਰਦੇ ਹਨ। ਜਿਹੜੀ ਮਨੁੱਖਾਂ ਵਿੱਚ ਜਿਹੜੇ ਜਣਨ ਕਾਲ ਦਾ ਸਮਾਂ ਹੈ, ਦੇਖੋ ਪੁਰਸ਼ਾਂ ਦੇ ਵਿੱਚ ਜਨਮ ਤੋਂ ਬਾਅਦ 11 ਸਾਲ ਤੱਕ ਇਹ ਸਮਰੱਥਾ ਨਹੀਂ ਹੁੰਦੀ,
ਲੇਕਿਨ ਲਗਭਗ 12-13 ਸਾਲ ਤੋਂ ਸਮਰੱਥਾ ਸ਼ੁਰੂ ਹੁੰਦੀ ਹੈ ਔਰ ਜ਼ਿੰਦਗੀ ਭਰ ਇਹ ਪ੍ਰਜਨਨ ਕਰਨ ਦੀ ਸਮਰੱਥਾ ਰਹਿੰਦੀ ਹੈ। ਪਰ ਕੁੜੀਆਂ ਦੇ ਵਿੱਚ ਜਿਹੜੀ ਅਵਸਥਾ ਹੈ ਇਹ 10 ਤੋਂ 12 ਸਾਲ 'ਚ ਸ਼ੁਰੂ ਹੁੰਦੀ ਹੈ ਅਤੇ ਲਗਭਗ 45 ਤੋਂ 50 ਸਾਲ ਦੇ ਵਿੱਚ ਲੜਕੀਆਂ ਦੇ ਵਿੱਚ ਪ੍ਰਜਨਨ ਸਮਰੱਥਾ ਦੀ ਸਮਾਪਤੀ ਹੋ ਜਾਂਦੀ ਹੈ। ਇਹਦੇ ਵਿੱਚ ਜਦ ਲੜਕੀ 10 ਜਾਂ 12 ਸਾਲ ਦੀ ਹੁੰਦੀ ਹੈ ਤਾਂ ਉਸਦੇ ਅੰਡਕੋਸ਼ ਵਿੱਚੋਂ ਇੱਕ ਅੰਡਾਣੂ ਪਰਿਪੱਕ ਹੁੰਦਾ ਹੈ, ਮਤਲਬ ਬਣਦਾ ਹੈ, ਜੋ 28 ਤੋਂ 30 ਦਿਨ ਤੱਕ ਉਹਦੇ ਸਰੀਰ 'ਚ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਉਹ ਖੂਨ ਦੇ ਨਾਲ ਅਤੇ ਉਸ ਬੱਚੇਦਾਨੀ ਜਿਹੜੀ ਮਾਸਪੇਸ਼ੀਆਂ ਜਿਹੜੀਆਂ ਉਸ ਅੰਡਾਣੂ ਨੂੰ ਸੰਭਾਲਣ ਲਈ ਬਣੀਆਂ ਸੀਗੀਆਂ, ਜੇ ਉਸ ਅੰਡਾਣੂ ਦਾ ਨਿਸ਼ੇਚਨ ਨਹੀਂ ਹੁੰਦਾ ਹੈ ਤਾਂ ਉਸ ਤੋਂ ਖੂਨ ਦੇ ਰੂਪ 'ਚ ਬਾਹਰ ਆ ਜਾਂਦੀਆਂ ਹਨ, ਜਿਹਨੂੰ ਅਸੀਂ ਮਾਸਿਕ ਧਰਮ ਜਾਂ ਮਾਸਿਕ ਚੱਕਰ ਕਹਿੰਦੇ ਹਾਂ। ਇਹ 28 ਤੋਂ 30 ਦਿਨਾਂ 'ਚ ਇੱਕ ਵਾਰ ਹੁੰਦਾ ਹੈ। ਇਹ ਜੋ ਪਹਿਲਾ ਚੱਕਰ ਹੁੰਦਾ ਹੈ ਕੁੜੀਆਂ ਦੇ ਵਿੱਚ, ਇਸ ਨੂੰ ਅਸੀਂ ਰਜੋ ਦਰਸ਼ਨ, ਅਤੇ ਜਿਹੜਾ ਆਖਰੀ ਚੱਕਰ ਹੁੰਦਾ ਹੈ ਜੀਵਨ ਦਾ, ਜਿਸ ਤੋਂ ਬਾਅਦ ਪ੍ਰਜਨਨ ਸਮਰੱਥਾ ਖਤਮ ਹੋ ਜਾਂਦੀ ਹੈ, ਉਸ ਨੂੰ ਅਸੀਂ ਰਜੋ ਨਿਵਰਤੀ ਕਹਿੰਦੇ ਹਾਂ, ਕਿਉਂਕਿ ਨਿਵਰਤ ਹੋ ਗਿਆ। ਹੁੰਦਾ ਕੀ ਹੈ ਕਿ ਜਿਸ ਟਾਈਮ ਇਹ ਅੰਡਾਣੂ ਬਣਦਾ ਹੈ, ਅਗਰ ਤਾਂ ਉਸ ਨੂੰ ਮਾਦਾ ਯੁਗਮਕ ਅੰਡਾਣੂ ਨੂੰ ਨਰ ਯੁਗਮਕ ਸ਼ੁਕਰਾਣੂ ਦਾ ਮਿਲ ਜਾਏ, ਨਿਸ਼ੇਚਨ ਹੋ ਜਾਏ, ਤਬ ਤਾਂ ਬੱਚਾ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ, ਭਰੂਣ ਦਾ ਵਿਕਾਸ ਹੁੰਦਾ ਹੈ ਅਤੇ ਉਹ ਫਿਰ ਬੱਚੇਦਾਨੀ ਦੀ ਜਿਹੜੀ ਇੱਕ ਮੋਟੀ ਮਾਸਪੇਸ਼ੀਆਂ ਦੀ ਪਰਤ ਹੈ ਉਹਦੇ ਨਾਲ ਚਿਪਕ ਜਾਂਦਾ ਹੈ ਅਤੇ ਵਿਕਾਸ ਹੁੰਦਾ ਹੈ। ਲੇਕਿਨ ਅਗਰ ਇਹ ਨਰ ਯੁਗਮਕ ਅਤੇ ਮਾਦਾ ਯੁਗਮਕ ਦਾ ਨਿਸ਼ੇਚਨ ਨਹੀਂ ਹੋ ਪਾਉਂਦਾ ਹੈ ਤਾਂ ਜਿਹੜੀ ਕੁਦਰਤ ਨੇ ਜਿਹੜੀ ਮਾਸਪੇਸ਼ੀਆਂ ਬੱਚੇ ਨੂੰ ਸੰਭਾਲਣ ਦੇ ਲਈ ਬੱਚੇਦਾਨੀ 'ਚ ਬਣਾਈਆਂ ਸੀ, ਉਹ ਖੂਨ ਦੇ ਨਾਲ ਬਹਿ ਕੇ 28 ਤੋਂ 30 ਦਿਨ ਬਾਅਦ ਬਾਹਰ ਆ ਜਾਂਦੀਆਂ ਹਨ, ਜਿਹਨੂੰ ਅਸੀਂ ਮਾਸਿਕ ਚੱਕਰ ਕਹਿੰਦੇ ਹਨ। ਅਤੇ ਰਜੋ ਦਰਸ਼ਨ ਜਿਹੜਾ ਪਹਿਲਾ ਮਾਸਿਕ ਚੱਕਰ ਹੈ ਉਸ ਨੂੰ ਅਸੀਂ ਰਜੋ ਦਰਸ਼ਨ, ਅਤੇ ਜਿਹੜਾ ਅੰਤਿਮ ਮਾਸਿਕ ਚੱਕਰ ਹੈ ਮਹਿਲਾ ਦੇ ਵਿੱਚ, ਉਸ ਨੂੰ ਅਸੀਂ ਰਜੋ ਨਿਵਰਤੀ ਕਹਿੰਦੇ ਹਨ। ਅਗਲੀ ਗੱਲ ਕਰਦੇ ਹਾਂ ਬੱਚਿਓ, ਸੰਤਾਨ ਦੇ ਵਿੱਚ ਲਿੰਗ ਦਾ ਨਿਰਧਾਰਨ ਕਿਵੇਂ ਹੁੰਦਾ ਹੈ। ਸੰਤਾਨ ਦੇ ਵਿੱਚ ਲਿੰਗ ਦਾ ਨਿਰਧਾਰਨ ਪਿਛਲੇ ਪਾਠ ਦੇ ਵਿੱਚ ਤੁਸੀਂ ਗੁਣ ਸੂਤਰ ਪੜ੍ਹੇ ਸੀ, ਪਾਠ 8 ਵਿੱਚ ਸੈੱਲ, ਉਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਸਰੀਰ ਦੇ ਵਿੱਚ ਮਾਤਾ ਪਿਤਾ ਦੇ ਗੁਣ ਜਿਹੜੇ ਹੈ ਉਹ ਬੱਚੇ ਦੇ ਵਿੱਚ ਗੁਣ ਸੂਤਰਾਂ ਰਾਹੀਂ ਹੀ ਆਉਂਦੇ ਹਨ, ਜੋ ਕਿ ਸੈੱਲ ਦੇ ਨਿਊਕਲੀਅਸ ਹੁੰਦੇ ਹਨ। ਹੁਣ ਗੁਣ ਸੂਤਰ ਸਾਡੇ ਸਰੀਰ 'ਚ 23 ਜੋੜੇ ਹਨ। ਹੁਣ 23 ਜੋੜਿਆਂ ਦੇ ਵਿੱਚੋਂ ਇੱਕ ਜੋੜਾ ਕੁੜੀਆਂ ਵਿੱਚ ਔਰ ਇੱਕ ਜੋੜਾ ਮੁੰਡਿਆਂ ਦੇ ਵਿੱਚ ਬਿਲਕੁਲ ਅਲੱਗ ਹੁੰਦਾ ਹੈ, ਜਿਹਨੂੰ ਅਸੀਂ ਲਿੰਗੀ ਗੁਣ ਸੂਤਰ ਕਹਿ ਦਿੰਦੇ ਹਨ। ਅਤੇ ਉਹਦੇ ਵਿੱਚ ਕੀ ਹੁੰਦਾ ਹੈ, ਮੁੰਡਿਆਂ ਦੇ ਵਿੱਚ ਇਹ XY ਅਤੇ ਕੁੜੀਆਂ ਦੇ ਵਿੱਚ ਇਹ XX ਹੁੰਦਾ ਹੈ। ਅਗਰ ਮੁੰਡਿਆਂ ਦਾ X ਕੁੜੀਆਂ ਦੇ X ਨਾਲ ਨਿਸ਼ੇਚਨ ਕਰੇ, ਮਤਲਬ ਨਰ ਯੁਗਮਕ ਅਗਰ ਜਿਹੜਾ ਸ਼ੁਕਰਾਣੂ ਹੈ ਉਹ ਅਗਰ X ਹੋਵੇ ਅਤੇ ਮਾਦਾ ਯੁਗਮਕ ਉਹ ਵੀ X ਹੋਵੇ, ਤਦ ਜਿਹੜਾ ਯੁਗਮਜ ਬਣੇਗਾ ਉਹ ਕੀ ਬਣੇਗਾ, XX ਹੁੰਦਾ ਹੈ ਕੁੜੀ। ਅਤੇ ਜੇ ਪੁਰਸ਼ ਦਾ Y, ਆਹ ਦੇਖੋ ਜਿਹੜਾ ਪੁਰਸ਼ ਦਾ Y ਗੁਣ ਸੂਤਰ ਵਾਲਾ ਸ਼ੁਕਰਾਣੂ ਹੈ ਅਤੇ ਕੁੜੀ ਦਾ X ਗੁਣ ਸੂਤਰ ਵਾਲਾ ਸ਼ੁਕਰਾਣੂ ਹੈ, ਜਦ ਉਹਨਾਂ ਦੋਨਾਂ ਦਾ ਨਿਸ਼ੇਚਨ ਹੁੰਦਾ ਹੈ ਤਾਂ ਸਿੱਟੇ ਵਜੋਂ ਕੀ ਬਣਦਾ ਹੈ, ਪੁਰਸ਼। ਇੱਥੇ ਗੱਲ ਸਮਝਣ ਵਾਲੀ ਹੈ ਕਿ ਜਿਹੜਾ XX ਹੈ ਇਹ ਕੁੜੀਆਂ ਕੋਲ ਹੁੰਦਾ ਹੈ, ਇਹਦੇ 'ਚ Y ਨਹੀਂ ਹੁੰਦਾ। Y ਜਿਹੜਾ ਹੈ ਉਹ ਸਿਰਫ ਔਰ ਸਿਰਫ ਕਿਹਦੇ ਕੋਲ ਹੁੰਦਾ ਹੈ, ਲੜਕੇ ਕੋਲ। ਇਸ ਲਈ ਲੜਕਾ ਜਾਂ ਲੜਕੀ ਹੋਣਾ ਇਹ ਪੂਰੀ ਤਰ੍ਹਾਂ ਤੇ ਕਿਸ 'ਤੇ ਨਿਰਭਰ ਹੈ, ਪੁਰਸ਼ 'ਤੇ। ਮਹਿਲਾਵਾਂ ਦਾ ਲਿੰਗ ਨਿਰਧਾਰਨ ਦੇ ਵਿੱਚ ਕੋਈ ਯੋਗਦਾਨ ਨਹੀਂ ਹੁੰਦਾ। ਇਸ ਲਈ ਤੁਸੀਂ ਇਸ ਲਾਈਨ ਨੂੰ ਪੜ੍ਹੋ ਕਿ ਤੁਸੀਂ ਜਾਣ ਗਏ ਹੋ ਕਿ ਜਨਮ ਤੋਂ ਪਹਿਲਾਂ ਬੱਚੇ ਦੇ ਲਿੰਗ ਦਾ ਨਿਰਧਾਰਨ ਉਸਦੇ ਪਿਤਾ ਦੇ ਲਿੰਗੀ ਗੁਣ ਸੂਤਰਾਂ ਦੁਆਰਾ ਕੀਤਾ ਜਾਂਦਾ ਹੈ। ਇਹ ਸਮਝਣਾ ਕਿ ਬੱਚੇ ਦੇ ਲਿੰਗ ਦੇ ਲਈ ਮਾਂ ਜ਼ਿੰਮੇਵਾਰ ਹਨ ਬਿਲਕੁਲ ਗਲਤ ਅਤੇ ਨਿਆਂਪੂਰਨ ਹੈ। ਅੱਜ ਵੀ ਕਈ ਵਾਰ ਪਿੰਡਾਂ ਦੇ ਵਿੱਚ ਇੱਦਾਂ ਦੀ ਗੱਲਾਂ ਸੁਣਨ ਨੂੰ ਆ ਜਾਂਦੀਆਂ ਹਨ ਕਿ ਮਹਿਲਾ ਨੂੰ ਲੜਕਾ ਜਾਂ ਲੜਕੀ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ, ਜੋ ਕਿ ਬਿਲਕੁਲ ਅਨਿਆਇਪੂਰਨ ਅਤੇ ਗਲਤ ਹੈ। ਲੜਕਾ ਜਾਂ ਲੜਕੀ ਹੋਣਾ ਪੂਰੀ ਤਰ੍ਹਾਂ ਤੋਂ ਪੁਰਸ਼ 'ਤੇ ਨਿਰਭਰ ਕਰਦਾ ਹੈ, ਕਿਉਂਕਿ Y ਗੁਣ ਸੂਤਰ ਜੋ ਲੜਕੇ ਹੋਣ ਲਈ ਜ਼ਿੰਮੇਵਾਰ ਹੈ ਉਹ ਕੇਵਲ ਪੁਰਸ਼ ਵਿੱਚ ਪਾਇਆ ਜਾਂਦਾ ਹੈ। ਦੋ ਤਰ੍ਹਾਂ ਦੇ ਹਾਰਮੋਨ ਦੀ ਅਸੀਂ ਗੱਲਾਂ ਕੀਤੀਆਂ, ਇੱਕ ਦੋਨੋਂ ਹੀ ਲਿੰਗੀ ਹਾਰਮੋਨ ਸੀਗੇ। ਇੱਕ ਹਾਰਮੋਨ ਸੀਗਾ ਜਿਹੜਾ ਪੁਰਸ਼ਾਂ ਦੇ ਵਿੱਚ ਹੁੰਦਾ ਹੈ ਅਤੇ ਇੱਕ ਹਾਰਮੋਨ ਜਿਹੜਾ ਹੈ ਕੁੜੀਆਂ 'ਚ ਹੁੰਦਾ ਹੈ। ਇਸ ਤੋਂ ਇਲਾਵਾ ਵੀ ਸਰੀਰ ਦੇ ਵਿੱਚ ਬੜੇ ਸਾਰੇ ਹਾਰਮੋਨ ਹੁੰਦੇ ਹਨ, ਪਰ ਹਰ ਹਾਰਮੋਨ ਨੂੰ ਨਿਯੰਤਰਣ ਕਰਨ ਦਾ ਕੰਮ
ਤੁਹਾਡੀ ਪਿਊਸ਼ ਗ੍ਰੰਥੀ ਹੀ ਕਰਦੀ ਹੈ। ਤੇ ਇੱਥੇ ਇੱਕ ਛੋਟੀ ਜਿਹੀ ਸਟੋਰੀ ਹੈ, ਇਸ ਨੂੰ ਪੜ੍ਹ ਲਿਓ। ਇਹਦੇ ਵਿੱਚ ਇਹ ਗੱਲ ਕਹੀ ਸੀ ਉਹਨਾਂ ਨੇ ਕਿ ਇੱਕ ਬੱਚੇ ਨੂੰ ਗਲੇ ਦਾ ਮਾਸ ਉਹਦਾ ਲਟਕਿਆ ਹੋਇਆ ਸੀਗਾ, ਉਹ ਬਹੁਤ ਦਰਦ ਸੀਗਾ ਉਸ ਨੂੰ, ਤਾਂ ਗਲੇ ਦਾ ਮਾਸ ਲਟਕਿਆ ਹੋਇਆ ਸੀ ਬੱਚੇ ਦਾ, ਪੂਰਾ ਫੁੱਲ ਗਿਆ ਸੀ ਗਲਾ। ਤਾਂ ਦੱਸਿਆ ਗਿਆ ਕਿ ਇਸ ਬੱਚੇ ਦੇ ਜਿਹੜੀ ਥਾਇਰੋਇਡ ਗ੍ਰੰਥੀ ਹੈ, ਜਿਹੜੀ ਕਿਹੜੀ ਗ੍ਰੰਥੀ ਹੈ ਬੇਟਾ, ਥਾਇਰੋਇਡ ਗ੍ਰੰਥੀ, ਆਹ ਜਿਹੜੀ ਥਾਇਰੋਇਡ ਗ੍ਰੰਥੀ ਹੈ, ਇਹਦੇ 'ਚ ਇੱਕ ਹਾਰਮੋਨ ਨਿਕਲਦਾ ਹੈ। ਉਸ ਹਾਰਮੋਨ ਨੂੰ ਦਾ ਨਾਮ ਹੈ ਥਾਇਰੋਕਸਿਨ ਹਾਰਮੋਨ। ਅਤੇ ਇਹ ਜਿਹੜਾ ਥਾਇਰੋਕਸਿਨ ਹਾਰਮੋਨ ਹੈ, ਇਹ ਨਿਕਲਣਾ ਬੰਦ ਹੋ ਗਿਆ, ਜਿਸ ਕਰਕੇ ਉਸ ਬੱਚੇ ਦੇ ਜਿਹੜੇ ਗਲੇ ਦੇ ਸੈੱਲ ਹੈ ਉਹ ਬਹੁਤ ਤੇਜ਼ੀ ਨਾਲ ਵਧੇ ਅਤੇ ਉਸਨੂੰ ਗਿੱਲੜ ਜਾਂ ਗੁਆਇਟਰ ਬਿਮਾਰੀ ਹੋ ਗਈ। ਇਹ ਆਇਓਡੀਨ ਦੀ ਕਮੀ ਕਰਕੇ ਹੋਈ ਹੈ, ਇਸ ਲਈ ਹੀ ਤੁਹਾਨੂੰ ਕਿਹਾ ਜਾਂਦਾ ਹੈ ਕਿ ਆਇਓਡੀਨ ਵਾਲਾ ਨਮਕ ਖਾਓ। ਇਸ ਤੋਂ ਇਲਾਵਾ ਇੱਕ ਹੋਰ ਸਰੀਰ ਦੇ ਵਿੱਚ 2 ਤਰ੍ਹਾਂ ਦੀ ਗ੍ਰੰਥੀਆਂ ਬਹੁਤ ਜ਼ਿੰਮੇਵਾਰ ਹੈ। ਇੱਕ ਇਨਸੂਲਿਨ, ਅਗਰ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ, ਉਸ ਦਾ ਕਾਰਨ ਕਿਆ ਹੈ, ਇਨਸੂਲਿਨ ਦੀ ਕਮੀ। ਇਨਸੂਲਿਨ ਇੱਕ ਹਾਰਮੋਨ ਹੈ ਜਿਹੜਾ ਕਿ ਪੈਨਕ੍ਰੀਆ ਵਿੱਚੋਂ ਨਿਕਲਦਾ ਹੈ। ਪੈਨਕ੍ਰੀਆ ਦੇ ਵਿੱਚੋਂ ਨਿਕਲਣ ਵਾਲਾ ਹਾਰਮੋਨ ਹੈ ਇਨਸੂਲਿਨ। ਇਸ ਦੀ ਕਮੀ ਦੇ ਕਰਕੇ ਸਰੀਰ ਦੇ ਵਿੱਚ ਖੰਡ ਜਾਂ ਸ਼ੂਗਰ ਵੱਧ ਜਾਂਦੀ ਹੈ, ਜਿਸ ਨਾਲ ਡਾਇਬਟੀਜ਼ ਨਾਮ ਦਾ ਰੋਗ ਹੋ ਜਾਂਦਾ ਹੈ। ਤੋ ਇਨਸੂਲਿਨ ਹਾਰਮੋਨ ਦੀ ਕਮੀ ਕਰਕੇ ਡਾਇਬਟੀਜ਼ ਹੁੰਦਾ ਹੈ, ਅਤੇ ਥਾਇਰੋਕਸਿਨ ਹਾਰਮੋਨ ਦੀ ਕਮੀ ਦੇ ਕਰਕੇ ਗਿੱਲੜ ਰੋਗ ਹੁੰਦਾ ਹੈ। ਇਸ ਤੋਂ ਬਾਅਦ ਇੱਕ ਹੋਰ ਚੀਜ਼ ਹੈ, ਉਹ ਹਾਰਮੋਨ ਬੜਾ ਇੰਪੋਰਟੈਂਟ ਹੈ, ਉਹ ਹੈ ਐਡਰੀਨਲ ਗ੍ਰੰਥੀ ਤੋਂ ਨਿਕਲਣ ਵਾਲਾ ਇੱਕ ਖਾਸ ਹਾਰਮੋਨ, ਜਿਸ ਨੂੰ ਅਸੀਂ ਕਹਿੰਦੇ ਹਾਂ ਐਡਰੀਨਾਲੀਨ। ਐਡਰੀਨਾਲੀਨ ਇੱਕ ਉਹ ਹਾਰਮੋਨ ਹੈ ਜੋ ਸਾਨੂੰ ਕ੍ਰੋਧ, ਚਿੰਤਾ ਅਤੇ ਉਤੇਜਨਾ ਦੀ ਅਵਸਥਾ 'ਚ ਤਣਾਅ ਤੋਂ ਬਚਾਉਂਦਾ ਹੈ। ਕ੍ਰੋਧ ਤੋਂ ਬਚਾਉਣ ਵਾਲਾ ਹਾਰਮੋਨ, ਪਰੇਸ਼ਾਨੀ ਤੋਂ ਬਚਾਉਣ ਵਾਲਾ ਹਾਰਮੋਨ ਕਿਹੜਾ ਹੈ, ਐਡਰੀਨਾਲੀਨ ਹਾਰਮੋਨ। ਅਤੇ ਜਿਹੜਾ ਇਹ ਐਡਰੀਨਾਲੀਨ ਹਾਰਮੋਨ ਹੈ, ਇਹ ਕਿੱਥੋਂ ਨਿਕਲਦਾ ਹੈ, ਇਹ ਨਿਕਲਦਾ ਹੈ ਐਡਰੀਨਾਲੀਨ ਗ੍ਰੰਥੀ। ਅਤੇ ਜਿਹੜਾ ਸਾਡਾ ਅਗਨਾਸ਼ਯ ਹੈ, ਜਿਹਨੂੰ ਅਸੀਂ ਪੈਨਕ੍ਰੀਅਸ ਬੋਲਦੇ ਹਾਂ, ਇਸ ਤੋਂ ਕਿਹੜਾ ਹਾਰਮੋਨ ਨਿਕਲਦਾ ਹੈ, ਇਨਸੂਲਿਨ ਹਾਰਮੋਨ। ਅਤੇ ਜਿਹੜਾ ਪੁਰਸ਼ਾਂ ਦੇ ਵਿੱਚ ਪਤਾਲੂ ਤੋਂ ਨਿਕਲਦਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਟੈਸਟੋਸਟੀਰੋਨ। ਅਤੇ ਜਿਹੜਾ ਲੜਕੀਆਂ ਦੇ ਵਿੱਚ ਅੰਡਕੋਸ਼ 'ਚੋਂ ਨਿਕਲਦਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਐਸਟ੍ਰੋਜਨ। ਅਤੇ ਇਹ ਸਾਰੇ ਕੁਝ ਹਾਰਮੋਨ ਹੈ ਜੋ ਸਰੀਰ ਦੇ ਲਈ ਜ਼ਰੂਰੀ ਹਨ। ਅਸੀਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਹਾਲੇ ਤੱਕ ਗੱਲ ਕੀਤੀ ਕਿ ਕਿਹੜਾ ਹਾਰਮੋਨ ਪ੍ਰਜਨਨ ਦੇ ਲਈ ਪੁਰਸ਼ਾਂ ਵਿੱਚ ਜ਼ਿੰਮੇਵਾਰ ਹੈ, ਮਹਿਲਾਵਾਂ ਜ਼ਿੰਮੇਵਾਰ ਹੈ, ਜਾਂ ਸਿੱਧੇ ਤੌਰ 'ਤੇ ਕਹਾਂ ਤਾਂ ਮਨੁੱਖਾਂ 'ਚ ਕਿਹੜਾ ਜ਼ਿੰਮੇਵਾਰ ਹੈ। ਪਰ ਜਿੰਨੇ ਵੀ ਕੀੜੇ ਮਕੌੜੇ ਜਾਂ ਜਾਨਵਰ ਹੈ, ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਹਾਰਮੋਨ ਪ੍ਰਜਨਨ ਲਈ ਜ਼ਿੰਮੇਵਾਰ ਹੁੰਦਾ ਹੀ ਹੈ। ਉਦਾਹਰਨ ਦੇ ਤੌਰ 'ਤੇ ਤੁਸੀਂ ਪਿਛਲੇ ਛੋਟੇ ਹੁੰਦੇ ਹੋਏ ਪੜ੍ਹਿਆ ਸੀ 7ਵੀਂ ਸ਼੍ਰੇਣੀ 'ਚ ਕਿ ਜਿਹੜਾ ਮੈਟਾਮੋਰਫੋਸਿਸ, ਜਿਹਨੂੰ ਅਸੀਂ ਕਾਇਆ ਪਰਿਵਰਤਨ ਕਰਦੇ ਹਾਂ ਨਾ, 2 ਜੀਵਾਂ 'ਚ ਖਾਸ ਕਰਕੇ ਹੁੰਦੀ ਹੈ। ਇੱਕ ਹੁੰਦਾ ਰੇਸ਼ਮ ਦਾ ਕੀੜਾ ਅਤੇ ਇੱਕ ਹੁੰਦਾ ਡੱਡੂ। ਡੱਡੂ ਦੀ ਗੱਲ ਕਰਦੇ ਹਾਂ ਬੇਟਾ। ਡੱਡੂ ਦੇ ਵਿੱਚ ਕੀ ਹੁੰਦਾ ਹੈ, ਡੱਡੂ ਵਿੱਚ ਕੀ ਹੁੰਦਾ ਹੈ ਕਿ ਜਿਸ ਪਾਣੀ ਦੇ ਵਿੱਚ ਡੱਡੂ ਅੰਡਾ ਦਿੰਦਾ ਹੈ, ਠੀਕ ਹੈ, ਔਰ ਸ਼ੁਕਰਾਣੂ ਛੱਡਦਾ ਹੈ, ਠੀਕ ਹੈ ਨਾ। ਨਰ ਡੱਡੂ ਸ਼ੁਕਰਾਣੂ ਛੱਡੇਗਾ, ਮਾਦਾ ਡੱਡੂ ਅੰਡਾਣੂ ਛੱਡੇਗੀ। ਦੋਨੋਂ ਬਾਹਰੀ ਨਿਸ਼ੇਚਨ ਕਰਦੇ ਹੈ। ਬਾਹਰੀ ਨਿਸ਼ੇਚਨ ਦੇ ਨਾਲ ਉਹ ਯੁਗਮਕ ਤੋਂ ਯੁਗਮਜ ਬਣ ਜਾਂਦੇ ਨੇ, ਜਾਂ ਯੁਗਮਕ ਤੋਂ ਯੁਗਮਜ ਬਣਦੇ ਨੇ। ਫਿਰ ਹੌਲੀ ਹੌਲੀ ਉਹਨਾਂ ਦੇ ਵਿੱਚੋਂ ਜਦ ਟੈਡਪੋਲ ਬਣਦਾ ਹੈ, ਫਿਰ ਟੈਡਪੋਲ ਤੋਂ ਵਿਕਸਿਤ ਹੁੰਦਾ ਹੋਇਆ ਇੱਕ ਪ੍ਰੌੜ ਡੱਡੂ ਬਣਦਾ ਹੈ। ਇਹ ਜਿਹੜਾ ਸਾਰਾ ਪਰਿਵਰਤਨ ਹੈ, ਇਹਨੂੰ ਵੀ ਕੋਈ ਨਾ ਕੋਈ ਹਾਰਮੋਨ ਨਿਯੰਤਰਣ ਕਰ ਰਿਹਾ ਹੈ। ਡੱਡੂ ਦੇ ਕੇਸ ਦੇ ਵਿੱਚ ਉਹ ਹਾਰਮੋਨ ਦਾ ਨਾਮ ਹੈ ਥਾਇਰੋਕਸਿਨ ਹਾਰਮੋਨ। ਇਹ ਉਹੀ ਹਾਰਮੋਨ ਹੈ ਜੋ ਸਾਡੇ ਗਲੇ ਦੀ ਥਾਇਰੋਇਡ ਗ੍ਰੰਥੀ ਪੈਦਾ ਕਰਦੀ ਹੈ। ਅਗਰ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਨਮਕ ਦੀ ਚੁਟਕੀ ਪਰ ਨਮਕ ਪਾ ਦਿਓ, ਥੋੜ੍ਹਾ ਜਿਹਾ ਨਮਕ ਪਾ ਦਿਓ ਤਲਾਬ ਦੇ ਹਿਸਾਬ ਦੇ ਨਾਲ, ਤਾਂ ਤੁਸੀਂ ਦੇਖੋਗੇ ਕਿ ਉਸਦੇ ਵਿੱਚ ਡੱਡੂ ਬਹੁਤ ਤੇਜ਼ੀ ਦੇ ਨਾਲ ਵਿਕਾਸ ਕਰਨਗੇ। ਮਤਲਬ ਬਹੁਤ ਜਲਦੀ ਔਰ ਬਹੁਤ ਜ਼ਿਆਦਾ, ਠੀਕ ਹੈ। ਅਗਰ 100 ਡੱਡੂ ਦੇ ਅੰਡੇ ਸੀਗੇ ਤਾਂ 100 ਦੇ ਵਿੱਚੋਂ 70-80 ਜਿੰਨੇ ਵੀ ਜ਼ਿਆਦਾ ਹੋ ਸਕਦੇ ਨੇ,
ਉਹ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਜਾਂਦੇ ਨੇ। ਪਰ ਜਿਸ ਪਾਣੀ ਦੇ ਵਿੱਚ ਆਇਓਡੀਨ ਦੀ ਕਮੀ ਹੁੰਦੀ ਹੈ ਉੱਥੇ ਉਹ ਜਲਦੀ ਵਿਕਸਿਤ ਨਹੀਂ ਹੋ ਪਾਉਂਦੇ, ਔਰ ਇਸ ਕਰਕੇ ਸਾਨੂੰ ਇਹ ਸਮਝ ਆਉਂਦਾ ਹੈ ਕਿ ਉਹਨਾਂ ਦੇ ਪ੍ਰਜਨਨ ਵਾਸਤੇ ਵੀ ਇੱਕ ਹਾਰਮੋਨ ਰਿਸਪੌਂਸੀਬਲ ਸੀਗਾ, ਜ਼ਿੰਮੇਵਾਰ ਸੀਗਾ। ਡੱਡੂ ਦੇ ਕੇਸ ਦੇ ਵਿੱਚ ਉਹ ਹਾਰਮੋਨ ਥਾਇਰੋਕਸਿਨ ਹਾਰਮੋਨ ਸੀਗਾ। ਹੁਣ ਅਸੀਂ ਗੱਲ ਕਰਦੇ ਹਾਂ ਰੀਪਰੋਡਕਟਿਵ ਹੈਲਥ ਦੀ। ਬੇਟਾ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਵਕਤ ਤੁਹਾਡੇ ਸਰੀਰ ਦੇ ਵਿੱਚ ਬਹੁਤ ਪਰਿਵਰਤਨ ਆ ਰਹੇ ਨੇ, ਇਸ ਕਰਕੇ ਤੁਹਾਨੂੰ ਆਪਣੇ ਸਰੀਰ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਖਾਸ ਧਿਆਨ ਤੋਂ ਮਤਲਬ ਇਹ ਹੈ ਕਿ ਤੁਹਾਨੂੰ ਖਾਣਾ ਕਿਹੜਾ ਖਾਣਾ ਚਾਹੀਦਾ ਹੈ, ਸੰਤੁਲਿਤ। ਮੋਮੋਸ, ਮੈਕਰੋਨੀ, ਜੋ ਵੀ ਇਸ ਤਰ੍ਹਾਂ ਚੀਜ਼ਾਂ ਹੈ, ਇਸ ਨੂੰ ਸਵਾਦਾਂ ਅਨੁਸਾਰ ਤਾਂ ਖਾ ਲਓ ਤੁਸੀਂ, ਸਵਾਦ ਦੇ ਮੁਤਾਬਿਕ, ਲੇਕਿਨ ਇਸ ਨੂੰ ਡੇਲੀ ਨਹੀਂ ਖਾਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਸਵਾਦ ਤਾਂ ਹੈ ਪਰ ਪੋਸ਼ਕ ਤੱਤਵ ਕੋਈ ਨਹੀਂ ਹੈ। ਅਤੇ ਇਹ ਖਾਣਾ ਜਿਹੜਾ ਹੈ ਉਹ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਤੇ ਸਾਡੇ ਸਰੀਰ ਦੇ ਵਿੱਚ ਇਸ ਟਾਈਮ ਖੂਨ ਦਾ ਸਾਫ਼ ਹੋਣਾ ਜ਼ਰੂਰੀ ਹੈ, ਕਿਉਂਕਿ ਇਸ ਕਿਸ਼ੋਰਾ ਅਵਸਥਾ 'ਚ ਖੂਨ 'ਚ ਗੰਦਗੀ ਜ਼ਿਆਦਾ ਮਿਲਣ ਲੱਗ ਪੈਂਦੀ ਹੈ। ਤੁਹਾਨੂੰ ਕਿਹਾ ਨਾ, ਪਸੀਨਾ ਗ੍ਰੰਥੀਆਂ ਇਸ ਟਾਈਮ ਕਿਰਿਆਸ਼ੀਲ ਹੁੰਦੀਆਂ ਨੇ, ਤੇਲ ਗ੍ਰੰਥੀਆਂ ਕਿਰਿਆਸ਼ੀਲ ਹੁੰਦੀਆਂ ਨੇ। ਤਾਂ ਖੂਨ ਨੂੰ ਸਾਫ਼ ਰੱਖਣ ਲਈ ਤੁਹਾਨੂੰ ਹਰੀ ਸਬਜ਼ੀਆਂ ਜਿਵੇਂ ਪਾਲਕ ਖਾਣਾ ਚਾਹੀਦਾ ਹੈ, ਕਿਉਂਕਿ ਪਾਲਕ ਦੇ ਵਿੱਚ ਕੀ ਹੁੰਦਾ ਹੈ, ਲੋਹਾ, ਜੋ ਸਾਡੇ ਸਰੀਰ ਨੂੰ ਚਾਹੀਦਾ ਹੁੰਦਾ ਹੈ। ਅਤੇ ਇਸ ਲਈ ਸਾਨੂੰ ਹਰੀ ਸਬਜ਼ੀਆਂ ਖਾਣੀ ਚਾਹੀਦੀਆਂ ਹਨ। ਦੁੱਧ, ਸੁੱਕੇ ਮੇਵੇ ਜਾਂ ਜੋ ਵੀ ਸਾਨੂੰ ਪ੍ਰੋਟੀਨ ਦੇ ਸਕਦੇ ਨੇ, ਅੰਡਾ, ਮੀਟ, ਉਹ ਸਭ ਖਾਣੇ ਚਾਹੀਦੇ ਨੇ। ਚਿਪਸ ਹਲਕਾ ਹੁੰਦਾ ਲੇਕਿਨ ਭਾਰ ਬਹੁਤ ਜਲਦੀ ਵਧਾਉਂਦਾ ਹੈ, ਇਹ 'ਚ ਕੁਛ ਵੀ ਖਾਸ ਨਹੀਂ ਹੁੰਦਾ। ਡੱਬਾਬੰਦ ਜਿੰਨੀ ਚੀਜ਼ਾਂ ਉਹ ਸਾਡੇ ਲਈ ਸਿਹਤਮੰਦ ਨਹੀਂ ਹੁੰਦੀਆਂ। ਜੋ ਚੀਜ਼ ਘਰ ਦੇ ਵਿੱਚ ਰਸੋਈ 'ਚ ਬਣਦੀ ਹੈ ਉਹੀ ਸਾਡੀ ਅੱਛੀ ਹੈ। ਹੁਣ ਇੱਕ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਵਿਅਕਤੀਗਤ ਸਾਫ਼ ਸਫਾਈ ਦੀ। ਵਿਅਕਤੀਗਤ ਸਾਫ਼ ਸਫਾਈ ਦਾ ਮਤਲਬ ਹੁੰਦਾ ਹੈ ਕਿ ਆਪਣੇ ਜਿਹੜੇ ਪ੍ਰਾਈਵੇਟ ਪਾਰਟ ਹੈ ਉਹਨਾਂ ਸਾਫ਼ ਸਫਾਈ। ਕੁੜੀਆਂ ਨੂੰ ਮਾਸਿਕ ਧਰਮ ਦੇ ਵਿੱਚ ਖਾਸ ਕਰਕੇ ਇਹਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਸਾਫ਼ ਸਫਾਈ ਕਰਨ, ਵਾਸ਼ ਕਰਨ, ਕਿਉਂਕਿ ਨਹੀਂ ਤਾਂ ਉੱਥੇ ਜਿਹੜੇ ਆ ਜੀਵਾਣੂਆਂ ਦਾ ਹਮਲਾ ਹੋ ਸਕਦਾ ਹੈ। ਇਸੇ ਕਰਕੇ ਮੁੰਡਿਆਂ ਨੂੰ ਵੀ ਨਹਾਉਣਾ ਚਾਹੀਦਾ, ਨਹੀਂ ਤਾਂ ਕੀਲ ਮੁਹਾਸੇ ਲੱਗਣ ਦੇ ਚਾਂਸ ਜਿਹੜੇ ਵੱਧ ਜਾਂਦੇ ਹਨ। ਚੰਗੀ ਤਾਂ ਸਾਫ਼ ਸਫਾਈ ਸਰੀਰ ਦੀ ਕਰਨੀ ਚਾਹੀਦੀ ਹੈ। ਔਰ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਤੁਸੀਂ ਖੂਬ ਇਸ ਉਮਰ ਦੇ ਵਿੱਚ ਐਕਸਰਸਾਈਜ਼ ਕਰੋ, ਸਰੀਰਕ ਕਸਰਤ ਕਰੋ, ਦੌੜ ਲਗਾਓ, ਖੇਡਾਂ ਦੇ ਪੀਰੀਅਡ ਵਿੱਚ, ਬਟ ਗੇਮਾਂ 'ਚ ਭਾਗ ਲਓ। ਗੇਮਾਂ 'ਚ ਉਹ ਭਾਗ ਲਓ ਜਿਹਦੇ 'ਚ ਪਸੀਨਾ ਜ਼ਿਆਦਾ ਆਵੇ। ਪਸੀਨਾ ਆਵੇ ਕਿਉਂਕਿ ਜਿੰਨਾ ਜ਼ਿਆਦਾ ਤੁਹਾਡੇ ਸਰੀਰ 'ਚ ਪਸੀਨਾ ਆਏਗਾ ਤੁਹਾਡਾ ਖੂਨ ਉਨਾ ਸਾਫ਼ ਹੋਏਗਾ। ਲੇਕਿਨ ਜਦ ਵੀ ਪਸੀਨਾ ਆਏਗਾ ਤੁਹਾਡਾ ਨਹਾਉਣਾ ਔਰ ਵਾਸ਼ ਕਰਨਾ ਜ਼ਰੂਰੀ ਹੈ। ਅਗਰ ਨਹਾ ਨਹੀਂ ਸਕਦੇ ਹੋ ਤਾਂ ਮੂੰਹ ਹੱਥ ਜ਼ਰੂਰ ਧੋ ਲਓ। ਅਤੇ ਅਗਲਾ ਵਹਿਮ ਭਰਮ। ਦੇਖੋ, ਸਾਡੇ ਭਾਰਤ ਦੇ ਵਿੱਚ ਮਾਸਿਕ ਧਰਮ ਨੂੰ ਇੱਕ ਸਹੀ ਢੰਗ ਨਾਲ ਨਹੀਂ ਦੇਖਿਆ ਜਾਂਦਾ, ਜੋ ਕਿ ਕੁਦਰਤੀ ਘਟਨਾ ਹੈ। ਤਾਂ ਇਹ ਜੋ ਗੱਲਾਂ ਲਿਖੀਆਂ ਤੁਹਾਡੀ ਇੱਥੇ, ਇਹਨਾਂ ਨੂੰ ਪੜ੍ਹ ਲਓ। ਜਿਹਨੂੰ ਵੀ ਮਾਸਿਕ ਧਰਮ ਹੈ ਉਹ ਰਸੋਈ 'ਚ ਕੰਮ ਨਹੀਂ ਕਰੇਗੀ, ਉਹ ਜਿਹੜੀ ਹੈ ਰਸੋਈ 'ਚ ਕੰਮ ਨਹੀਂ ਕਰਦੀ ਆਉਂਦੀ, ਇਹ ਗਲਤ ਹੈ। ਮਾਂ ਨੂੰ ਜ਼ਿੰਮੇਵਾਰ ਮੰਨਦਾ ਹੈ ਕਿ ਲੜਕਾ ਜਾਂ ਲੜਕੀ, ਇਹ ਗਲਤ ਹੈ। ਅਤੇ ਹੋਰ ਜਿੰਨੇ ਵੀ ਵਹਿਮ ਭਰਮ ਹੈ ਉਹਨਾਂ ਤੋਂ ਦੂਰ ਰਹੋ। ਹੁਣ ਇੱਕ ਬਹੁਤ ਛੋਟਾ ਟੋਪਿਕ ਹੈ, ਪਰ ਇਸ ਪਾਠ ਦਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਖਾਸ ਔਰ ਤੁਹਾਡੀ ਜ਼ਿੰਦਗੀ ਨਾਲ ਰਿਲੇਟਡ ਟੋਪਿਕ ਇਹੀ ਹੈ, ਨਸ਼ੀਲੀਆਂ ਵਸਤੂਆਂ ਤੋਂ ਪਰਹੇਜ਼ ਕਰਨਾ। ਬੱਚਿਓ, ਹੁੰਦਾ ਕੀ ਹੈ, ਇਸ ਉਮਰ ਦੇ ਵਿੱਚ ਤੁਹਾਨੂੰ ਫਰੀਡਮ ਚਾਹੀਦੀ ਹੁੰਦੀ ਹੈ। ਤੁਹਾਨੂੰ ਕੋਈ ਜੋ ਟੋਕਦਾ ਹੈ ਉਹ ਚੰਗਾ ਲੱਗਦਾ, ਚਾਹੇ ਉਹ ਮਾਤਾ ਪਿਤਾ ਹੋਣ ਅਤੇ ਚਾਹੇ ਤੁਹਾਡੇ ਟੀਚਰ ਹੋਣ ਜਾਂ ਕੋਈ ਹੋਰ। ਤਾਂ ਹੁੰਦਾ ਕੀ ਹੈ ਕਿ ਤੁਸੀਂ ਕਿਸੇ ਦੂਸਰੇ ਬੰਦੇ ਦੇ ਇਨਫਲੂਐਂਸ ਬਹੁਤ ਜਲਦੀ ਆ ਸਕਦੇ, ਪ੍ਰਭਾਵ ਅਧੀਨ ਆ ਸਕਦੇ ਹੋ, ਜੋ ਕਿ ਤੁਹਾਨੂੰ ਇਹ ਕਰਦੇ ਕਿ ਤੈਨੂੰ ਮੈਂ ਸਮਝਦਾ ਹਾਂ, ਮੈਂ ਤੈਨੂੰ ਤਰਦਾ ਸਮਝਦਾ, ਮੈਂ ਤੈਨੂੰ ਜ਼ਿਆਦਾ ਸਮਝਦਾ, ਤੇਰੇ ਘਰਦਿਆਂ ਨਾਲੋਂ, ਤੇਰੇ ਦੋਸਤਾਂ ਨਾਲੋਂ ਅਤੇ ਤੇਰੇ ਆਸ ਪਾਸ ਦੇ ਨਾਲੋਂ ਮੈਂ ਜ਼ਿਆਦਾ ਸਮਝਦਾ ਹਾਂ। ਅਤੇ ਤੁਸੀਂ ਉਹਦੀ ਗੱਲਾਂ ਦੇ ਵਿੱਚ ਪੈ ਸਕਦੇ ਹੋ ਅਤੇ ਉਹ ਤੁਹਾਨੂੰ ਨਸ਼ੇ ਦੀ ਆਦਤ ਵੱਲ ਲੈ ਕੇ ਜਾ ਸਕਦਾ ਹੈ। ਇਸ ਲਈ ਇਸ ਉਮਰ ਦੇ ਬੱਚੇ ਦੇ ਭਟਕਣ ਦੇ ਜਿਹੜੇ ਚਾਂਸ ਹੈ ਉਹ ਕਿਸੇ 20 ਸਾਲ ਤੋਂ ਵੱਧ ਮੁੰਡੇ ਜਾਂ ਕੁੜੀ ਦੇ ਨਾਲੋਂ ਜ਼ਿਆਦਾ ਹੁੰਦੇ ਨੇ। ਇਸ ਲਈ ਇਸ ਉਮਰ ਦੇ ਵਿੱਚ, ਜਿਹਨੂੰ ਅਸੀਂ ਕਿਸ਼ੋਰਾ ਅਵਸਥਾ ਕਹਿ ਰਹੇ ਹਾਂ, ਇਸ ਦੇ ਵਿੱਚ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਕਦੀ ਵੀ ਨਸ਼ੇ ਦੀ ਤਰਫ ਬਿਲਕੁਲ ਨਹੀਂ ਜਾਣਾ। ਇਹ ਕੋਈ ਸਿੰਬਲ ਨਹੀਂ ਹੈ ਤੁਹਾਡੇ, ਜਿੱਦਾਂ ਫਿਲਮਾਂ ਚੱਲ ਰਹੀਆਂ ਨੇ ਜਾਂ ਕੁਛ ਵੀ ਚੱਲ ਰਿਹਾ ਨੇ, ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ। ਨਸ਼ਾ, ਕੋਈ ਵੀ ਨਸ਼ਾ ਹੈ, ਚਾਹੇ ਉਹ 10 ਰੁਪਏ ਦਾ ਹੋਵੇ, ਚਾਹੇ ਉਹ 1000 ਰੁਪਏ ਦਾ ਹੋਵੇ, ਨਸ਼ਾ ਹਰ ਚੀਜ਼ ਦਾ ਮਾੜਾ ਹੁੰਦਾ ਹੈ ਅਤੇ ਤੁਹਾਨੂੰ ਉਸ ਨਸ਼ੇ ਤੋਂ ਬਚਣਾ ਹੈ। ਔਰ ਇੱਕ ਗੱਲ ਹੋਰ ਧਿਆਨ ਰੱਖਣੀ ਹੈ
ਕਿ ਇੱਕ ਬਿਮਾਰੀ ਹੁੰਦੀ ਹੈ ਏਡਸ, ਬਿਮਾਰੀ ਨਹੀਂ ਹੈ ਪਰ ਇਹ ਸਭ ਤੋਂ ਵੱਡੀ ਬਿਮਾਰੀ ਹੈ, ਕਿਉਂਕਿ ਜਿਸ ਨੂੰ ਵੀ HIV ਵਾਇਰਸ ਸਰੀਰ 'ਚ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਹਲਕਾ ਸਰਦੀ ਜ਼ੁਕਾਮ ਵੀ ਅਗਰ ਹੋ ਜਾਏ ਤਾਂ ਉਹ ਠੀਕ ਨਹੀਂ ਹੋ ਸਕਦਾ, ਕੋਈ ਡਾਕਟਰ ਉਸ ਨੂੰ ਠੀਕ ਨਹੀਂ ਕਰ ਸਕਦਾ, ਕਿਉਂਕਿ ਅੱਜ ਤੱਕ HIV ਵਾਇਰਸ ਨੂੰ ਮਾਰਨ ਦੇ ਲਈ ਕੋਈ ਦਵਾਈ ਨਹੀਂ ਬਣ ਪਾਈ। ਕਰੋਨਾ ਵਾਇਰਸ ਆਇਆ, ਉਸ ਨੂੰ ਅਸੀਂ ਕਰ ਲਿਆ ਇਲਾਜ, ਕੁਛ ਹੀ ਮਹੀਨਿਆਂ ਦੇ ਵਿੱਚ ਕੱਢ ਲਿਆ, 1 ਸਾਲ ਵੀ ਨਹੀਂ ਲੱਗਿਆ, ਲੇਕਿਨ HIV ਵਾਇਰਸ ਕਈ ਦਸ਼ਕਾਂ ਤੋਂ, ਕਈ 10 ਸਾਲਾਂ ਤੋਂ, 20 ਸਾਲਾਂ ਤੋਂ ਸਾਡੇ ਨਾਲ ਹੈ, ਪਰ ਅਸੀਂ ਅੱਜ ਤੱਕ ਇਸ ਦੀ ਦਵਾਈ ਨਹੀਂ ਬਣਾ ਪਾਏ। ਇਸ ਲਈ ਜਿਹੜੀ ਏਡਸ ਹੈ ਉਸ ਦੇ ਵਿਅਕਤੀ ਜਿਹੜੇ ਹੈ ਉਹਨਾਂ ਦਾ ਸਰੀਰ ਛੋਟੀ ਬਿਮਾਰੀ ਨਾਲ ਹੀ ਠੀਕ ਨਹੀਂ ਹੁੰਦਾ, ਅਤੇ ਜਿਸ ਕਰਕੇ ਉਹਨਾਂ ਦੀ ਅੰਤ ਵਿੱਚ ਮੌਤ ਹੋ ਜਾਂਦੀ ਹੈ। ਅਤੇ HIV ਵਾਇਰਸ, ਜਿਸ ਵੀ ਵਿਅਕਤੀ ਨੂੰ HIV ਵਾਇਰਸ ਹੈ ਉਸ ਦੇ ਸਰੀਰ ਤੋਂ ਇਸ ਵਾਸ ਵਿਅਕਤੀ ਨੂੰ ਜਾ ਸਕਦਾ ਹੈ। ਕਿਹੜੇ ਤਰੀਕੇ ਨਾਲ ਜਾ ਸਕਦਾ ਹੈ? ਇਹ ਉਹਦੇ ਨਰ ਯੁਗਮਕ ਜਾਂ ਮਾਦਾ ਯੁਗਮਕ ਜੋ ਵੀ ਉਹਦੇ ਸਰੀਰ 'ਚ ਹੈ ਉਹਦੇ ਜ਼ਰੀਏ ਜਾ ਸਕਦਾ ਹੈ, ਉਹਦੇ ਖੂਨ ਜ਼ਰੀਏ ਜਾ ਸਕਦਾ ਹੈ, ਅਤੇ ਇਹ 2-3 ਤਰੀਕੇ ਜਿਹਦੇ ਨਾਲ ਉਹ ਜਾ ਸਕਦਾ ਹੈ। ਅਤੇ ਬਾਕੀ ਏਡਸ ਵਾਲੇ ਵਿਅਕਤੀ ਨਾਲ ਬੈਠ ਕੇ ਖਾਣ ਨਾਲ ਜਾਂ ਉਹਦੇ ਨਾਲ ਗੱਲਾਂ ਬਾਤਾਂ ਕਰਨਾ ਕਿਸੇ ਨੂੰ ਵੀ ਏਡਸ ਨਹੀਂ ਹੁੰਦਾ, ਇਹ ਸਿਰਫ ਖੂਨ ਦੇ ਨਾਲ ਜਾਏਗਾ ਉਸਦੇ, ਜਾਂ ਫਿਰ ਉਸਦੇ ਯੁਗਮਕ ਜ਼ਰੀਏ। ਤੁਹਾਨੂੰ ਪਤਾ ਹੈ ਬੇਟਾ ਕਿ ਲੜਕੀਆਂ ਲਈ ਜਿਹੜੀ ਕਾਨੂੰਨੀ ਉਮਰ ਦੀ ਹੈ ਵਿਆਹ ਦੀ ਉਹ 18 ਹੈ ਅਤੇ ਮੁੰਡਿਆਂ ਲਈ 21 ਹੈ। ਉਹਦਾ ਕਾਰਨ ਹੈ ਕਿ 18 ਸਾਲ ਤੋਂ ਘੱਟ ਕੁੜੀ ਨੂੰ ਵਿਗਿਆਨ ਇਹ ਮੰਨਦਾ ਹੈ ਕਿ ਉਹ ਬੱਚੇ ਨੂੰ ਸਮਝਣ ਦੇ ਲਈ ਜਾਂ ਉਸ ਨੂੰ ਸੰਭਾਲਣ ਦੇ ਲਈ ਕੈਪੇਬਲ ਨਹੀਂ ਹੁੰਦੀ ਹੈ। ਇਸ ਲਈ ਸਾਡੀ ਸਰਕਾਰ ਨੇ 18 ਸਾਲ ਦੀ ਉਮਰ ਬਣਾਈ ਗਈ ਹੈ, ਠੀਕ ਹੈ। ਇਸ ਲਈ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਜਿਹੜੀ ਲੜਕੀਆਂ ਹੈ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਈਏ, ਨੌਕਰੀਆਂ ਦੇ ਵਿੱਚ ਉਹਨਾਂ ਨੂੰ ਪੂਰਾ ਮਾਣ ਸਨਮਾਨ ਦੇਈਏ, ਅਤੇ ਤਾਂ ਕਿ ਉਹਨਾਂ ਨੂੰ ਉਹ ਪਰੇਸ਼ਾਨੀਆਂ ਨਾ ਸਹਿਣੀਆਂ ਪੈਣ ਜੋ ਸਾਡੇ ਪੁਰਾਣੇ ਮਾਪਿਆਂ ਨੂੰ ਸਹਿਣੀ ਪੈਂਦੀਆਂ ਸੀ। ਪਿਆਰੇ ਬੱਚਿਓ, ਇਹਦੇ ਨਾਲ ਇਹ ਪੂਰਾ ਪਾਠ ਜਿੰਨਾ ਮੈਂ ਢੰਗ ਨਾਲ ਸਮਝਾ ਸਕਦਾ ਸਮਝਾਇਆ। ਜੇ ਤੁਹਾਨੂੰ ਹੋਰ ਇਸ ਦੇ ਵਿੱਚ ਕੁਛ ਚੀਜ਼ ਸਮਝ ਨਾ ਆਈ ਹੋਏ ਤੁਸੀਂ ਆਪਣਾ ਕਮੈਂਟ ਪਾ ਦੇਣਾ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਉਸ ਨੂੰ ਸਮਝਾਉਣ ਦੀ। ਅਤੇ ਧੰਨਵਾਦ, ਸਤਿ ਸ਼੍ਰੀ ਅਕਾਲ।